ਵੈਲਕਮ ਟੂ ਪ੍ਰੈਪ ਕਲਾਸਿਸ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਣੇ ਵੀਡੀਓਜ਼ ਸ਼ਾਰਟ ਐਂਡ ਇੰਪੋਰਟੈਂਟ ਟੌਪਿਕਸ 'ਤੇ ਹੁੰਦੀਆਂ ਨੇ। ਸੋ ਅੱਜ ਆਪਾਂ ਬੜਾ ਹੀ ਇੰਪੋਰਟੈਂਟ ਟੌਪਿਕ ਲੈ ਕੇ ਆਏ ਹਾਂ ਸਟੈਟਿਸਟਿਕਸ ਦਾ, ਜਿਹਦੇ ਅੰਦਰ ਵੇਸ ਇੰਪੋਰਟੈਂਟ ਕਨਸੈਪਟਸ ਦੇ ਬਾਰੇ ਗੱਲ ਕੀਤੀ ਜਾਊਗੀ। ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ, ਪੈਰਾਮੀਟਰਿਕ ਟੈਸਟ ਕਿਹੜੇ ਹੁੰਦੇ ਨੇ, ਨਾਨ ਪੈਰਾਮੀਟਰਿਕ ਟੈਸਟ ਕਿਹੜੇ ਹੁੰਦੇ ਨੇ, ਸਟੈਂਡਰਡਾਈਜੇਸ਼ਨ ਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਾਂਗੇ, ਵੇਰੀਆਂਸ, ਲੌਰੈਂਸ ਕਰਵ, ਕੋਰਿਲੇਸ਼ਨ, ਰਿਗਰੈਸ਼ਨ, ਬਾਇਨੋਮਿਅਲ ਡਿਸਟ੍ਰੀਬਿਊਸ਼ਨ ਐਂਡ ਐਨੋਵਾ। ਮੋਸਟ ਇੰਪੋਰਟੈਂਟ ਟੌਪਿਕਸ ਨੇ ਔਰ ਇਹਨਾਂ ਵਿੱਚੋਂ ਆਪਣੇ ਕਾਮਰਸ ਚਾਹੇ ਉਹ UGC ਨੈਟ ਹੋਵੇ ਚਾਹੇ ਲੈਕਚਰ ਦਾ ਪੇਪਰ ਹੋਵੇ, ਜ਼ਰੂਰ ਕੁਐਸਚਨ ਆਉਂਦੇ ਨੇ, ਖਾਸ ਕਰ ਪੈਰਾਮੀਟਰਿਕ ਟੈਸਟ, ਨਾਨ ਪੈਰਾਮੀਟਰਿਕ ਟੈਸਟ ਜਾਂ ਲੌਰੈਂਸ ਕਰਵ ਦੇ ਵਿੱਚ। ਸੋ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਆਪਣੇ ਵੀਡੀਓ ਨੂੰ ਅੱਗੇ ਸਟਾਰਟ ਕਰਦੇ ਹਾਂ। ਸੋ ਆਵਰ ਫਸਟ ਕੁਐਸਚਨ ਇਜ਼ ਪੈਰਾਮੀਟਰਿਕ ਟੈਸਟ ਕਿਹੜੇ ਕਿਹੜੇ ਹੁੰਦੇ ਨੇ। ਦੇਖੋ, ਇਹਦੇ ਅੰਦਰ ਆਪਾਂ ਐਂਡ ਡੀਪ ਡਿਸਕਸ਼ਨ ਨਹੀਂ ਕਰਾਂਗੇ ਕਿ ਪੈਰਾਮੀਟਰਿਕ ਟੈਸਟ ਕੀ ਹੁੰਦਾ ਵਾ, ਬਟ ਆਪਾਂ ਇਹਦੇ ਅੰਦਰ ਸਪੈਸੀਫਿਕ ਐਂਡ ਇੰਪੋਰਟੈਂਟ ਨੋਟਸ ਤਿਆਰ ਕਰਾਂਗੇ। ਹਾਂ, ਇਹਨਾਂ ਨੂੰ ਡੀਪਲੀ ਡਿਸਕਸ਼ਨ ਦੇ ਰਿਲੇਟਡ ਆਪਾਂ ਅਲੱਗ ਵੀਡੀਓ ਬਣਾਵਾਂਗੇ ਜਿਹਦੇ ਅੰਦਰ ਪੈਰਾਮੀਟਰਿਕ ਅਤੇ ਨਾਨ ਪੈਰਾਮੀਟਰਿਕ ਨੂੰ ਚੰਗੀ ਤਰ੍ਹਾਂ ਡਿਫਾਈਨ ਕੀਤਾ ਜਾਊਗਾ। ਬਟ ਫਿਲਹਾਲ ਅੱਜ ਦੀ ਵੀਡੀਓ ਦੇ ਅੰਦਰ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਪੈਰਾਮੀਟਰਿਕ ਟੈਸਟ ਕਿਹੜੇ ਕਿਹੜੇ ਹੁੰਦੇ ਨੇ ਔਰ ਉਹਨਾਂ ਦੇ ਨਾਮ ਕੀ ਨੇ ਔਰ ਉਹਨਾਂ ਦੁਆਰਾ ਦਿੱਤੇ ਗਏ ਨੇ। ਪੈਰਾਮੀਟਰਿਕ ਟੈਸਟ ਜਿਵੇਂ ਕਿ ਫਸਟ ਵਨ ਇਜ਼ ਟੀ ਟੈਸਟ, ਗਿਵਨ ਬਾਏ ਦਾ WS ਗੋਸੈਟ। ਟੀ ਟੈਸਟ ਕਿਹਨੇ ਦਿੱਤਾ ਸੀ? ਗੋਸੈਟ ਨੇ ਦਿੱਤਾ ਸੀ। ਐਂਡ ਅਨਦਰ ਨੇਮ ਇਜ਼ ਇਟ ਇਜ਼ ਆਲਸੋ ਨੋਨ ਐਜ਼ ਅ ਸਟੂਡੈਂਟ ਟੀ ਡਿਸਟ੍ਰੀਬਿਊਸ਼ਨ ਟੈਸਟ। ਟੀ ਟੈਸਟ ਨੂੰ ਕੀ ਕਿਹਾ ਜਾਂਦਾ ਵਾ? ਸਟੂਡੈਂਟ ਟੀ ਡਿਸਟ੍ਰੀਬਿਊਸ਼ਨ ਟੈਸਟ ਵੀ ਕਿਹਾ ਜਾਂਦਾ ਵਾ। ਕਲੀਅਰ? ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਲੱਗ ਗਈ ਹੋਊਗੀ। ਨੈਕਸਟ ਐਫ ਟੈਸਟ। ਐਫ ਟੈਸਟ ਇਜ਼ ਗਿਵਨ ਬਾਏ ਦਾ ਜਾਰਜ ਸਨੈਡਿਕੋਰ ਨੇ ਦਿੱਤਾ ਸੀਗਾ ਜਿਹੜਾ ਐਫ ਟੈਸਟ ਆ। ਐਂਡ ਮੋਸਟ ਇੰਪੋਰਟੈਂਟ ਥਿੰਗ, ਇਹ ਇੰਪੋਰਟੈਂਟ ਕੁਐਸਚਨ ਆ ਜਿਹੜਾ ਆ ਜਾਂਦਾ ਕਿ ਐਫ ਟੈਸਟ ਦੀ ਵੈਲਿਊ ਨੈਵਰ ਬੀ ਨੈਗੇਟਿਵ। ਜਿਹੜੀ ਐਫ ਟੈਸਟ ਦੀ ਵੈਲਿਊ ਆ, ਜਿਹੜੀ ਐਫ ਟੈਸਟ ਦੁਆਰਾ ਵੈਲਿਊ ਕੈਲਕੂਲੇਟ ਕੀਤੀ ਜਾਂਦੀ ਆ, ਉਹ ਕਦੇ ਵੀ ਨੈਗੇਟਿਵ ਨਹੀਂ ਹੁੰਦੀ, ਇਹ ਯਾਦ ਰੱਖਿਓ। ਨੈਕਸਟ ਕੁਐਸਚਨ ਜੈਡ ਟੈਸਟ। ਜੈਡ ਟੈਸਟ ਇਜ਼ ਨੋਨ ਐਜ਼ ਅ ਸਟੈਂਡਰਡ ਨਾਰਮਲ ਵੇਰੀਏਬਲ ਟੈਸਟ। ਇਹਦੇ ਬਹੁਤ ਸਾਰੇ ਨਾਮ ਨੇ। ਜੈਡ ਟੈਸਟ ਨੂੰ ਸਟੈਂਡਰਡ ਨਾਰਮਲ ਵੇਰੀਏਬਲ ਟੈਸਟ ਵੀ ਕਿਹਾ ਜਾਂਦਾ, ਸਟੈਂਡਰਡ ਨਾਰਮਲ ਡੈਵੀਏਟ ਟੈਸਟ ਵੀ ਕਿਹਾ ਜਾਂਦਾ। ਇਟ ਇਜ਼ ਆਲਸੋ ਨੋਨ ਐਜ਼ ਐਪਰੋਕਸੀਮੇਟ ਟੈਸਟ। ਐਪਰੋਕਸੀਮੇਟ ਟੈਸਟ ਵੀ ਕਿਹਾ ਜਾਂਦਾ ਔਰ ਜੈਡ ਟੈਸਟ ਨੂੰ ਲਾਰਜ ਸੈਂਪਲ ਟੈਸਟ ਵੀ ਕਿਹਾ ਜਾਂਦਾ, ਵਿਚ ਮੀਨਸ n is greater than equals to 30। n is greater than equals to 30। ਇਸ ਕਰਕੇ ਜੈਡ ਟੈਸਟ ਨੂੰ ਲਾਰਜ ਸੈਂਪਲ ਟੈਸਟ ਵੀ ਕਿਹਾ ਜਾਂਦਾ। ਔਰ ਜਿਹੜਾ ਟੀ ਟੈਸਟ ਹੁੰਦਾ ਵਾ ਉਹ n is smaller than, ਜਿਹੜਾ ਸੈਂਪਲ ਸਾਈਜ਼ ਆ ਉਹ 30 ਤੋਂ ਜਿਹੜਾ ਛੋਟਾ ਹੁੰਦਾ ਵਾ ਉਸ ਚੀਜ਼ ਨੂੰ ਕਹਿੰਦਾ। ਇਸ ਕਰਕੇ ਜਿਹੜਾ ਟੀ ਟੈਸਟ ਆ ਉਹ ਸਮਾਲ ਵੇਰੀਏਬਲਸ ਨੂੰ ਕੈਲਕੂਲੇਟ ਕਰਨ ਲਈ ਉਹਨਾਂ ਲਈ ਟੀ ਟੈਸਟ ਯੂਜ਼ ਕੀਤਾ ਜਾਂਦਾ ਵਾ। ਕਲੀਅਰ? ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਲੱਗ ਗਈ ਹੋਊਗੀ। ਨੈਕਸਟ ਇਹਦੇ ਅੰਦਰ ਨਾਨ ਪੈਰਾਮੀਟਰਿਕ ਟੈਸਟ ਕਿਹੜੇ ਹੁੰਦੇ ਨੇ? ਨਾਨ ਪੈਰਾਮੀਟਰਿਕ ਟੈਸਟ ਬਹੁਤ ਸਾਰੇ ਨੇ। ਫਿਲਹਾਲ ਫਸਟ ਜਿਹੜੇ ਸਾਈਨ ਟੈਸਟ, ਮੀਡੀਅਨ ਟੈਸਟ, ਮਾਨ ਵਿਟਨੇ ਟੈਸਟ, ਜਿਹਨੂੰ ਆਪਾਂ ਯੂ ਟੈਸਟ ਵੀ ਕਹਿੰਦੇ ਨੇ, ਰਨ ਟੈਸਟ ਐਂਡ ਕੇ ਟੈਸਟ। ਇਹਨਾਂ ਤੋਂ ਐਗਜ਼ਾਮਸ ਦੇ ਵਿੱਚ ਜ਼ਿਆਦਾ ਨਹੀਂ ਆਉਂਦਾ। ਬੇਸਿਕਲੀ ਜੋ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਉਹ ਐਫ ਟੈਸਟ, ਟੀ ਟੈਸਟ, ਜੈਡ ਟੈਸਟ ਐਂਡ ਮੋਸਟ ਨੈਕਸਟ ਇੰਪੋਰਟੈਂਟ ਥਿੰਗ ਜਿਹੜਾ ਨਾਨ ਪੈਰਾਮੀਟਰਿਕ ਟੈਸਟ ਆ ਉਹ ਹੈਗਾ ਕਾਈ-ਸਕੁਏਅਰ ਟੈਸਟ, ਜਿਹੜਾ ਕਾਰਲ ਪੀਟਰਸਨ ਨੇ ਦਿੱਤਾ ਸੀਗਾ। ਉਹਦੇ ਰਿਲੇਟਡ ਬਹੁਤ ਸਾਰੇ ਕੁਐਸਚਨਸ ਆਪਾਂ ਨੂੰ ਪੁੱਛੇ ਜਾਂਦੇ ਨੇ। ਸੋ ਆਪਾਂ ਨੂੰ ਇਹਦੇ ਬਾਰੇ ਬੜਾ ਡੀਪਲੀ ਪੜ੍ਹਨਾ ਪੈਣਾ। ਸੋ ਇਹਦੇ ਅੰਦਰ ਕੁਝ ਟੌਪਿਕ ਇੰਪੋਰਟੈਂਟ ਲਾਈਨਸ ਜਾਂ ਟੌਪਿਕਸ ਆਪਾਂ ਡਿਸਕਸ ਕੀਤੇ ਆ। ਕਿਹੜੇ ਕਿਹੜੇ ਨੇ? ਦਿਸ ਟੈਸਟ ਇਜ਼ ਐਪਲੀਕੇਬਲ ਵੇਅਰ ਪਾਪੂਲੇਸ਼ਨ ਐਂਡ ਸੈਂਪਲ ਮੀਨ ਇਜ਼ ਨਾਟ ਗਿਵਨ। ਇਹ ਟੈਸਟ ਕਿੱਥੇ ਲੱਗਦਾ ਵਾ? ਕਹਿੰਦਾ ਜਾਂ ਜਿੱਥੇ ਨਾ ਤਾਂ ਆਪਾਂ ਨੂੰ ਪਾਪੂਲੇਸ਼ਨ ਮੀਨ ਦਿੱਤਾ ਹੁੰਦਾ, ਨਾ ਹੀ ਸੈਂਪਲ ਮੀਨ ਦਿੱਤਾ ਹੁੰਦਾ। ਆਈ ਹੋਪ ਤੁਹਾਨੂੰ ਪਤਾ ਹੋਊਗਾ ਪਾਪੂਲੇਸ਼ਨ ਮੀਨ ਕੀ ਹੁੰਦਾ ਅਤੇ ਸੈਂਪਲ ਮੀਨ ਕੀ ਹੁੰਦਾ। ਨਹੀਂ ਵੀ ਪਤਾ ਆਪਾਂ ਅਲੱਗ ਵੀਡੀਓ ਦੇ ਅੰਦਰ ਡਿਸਕਸ ਕਰਾਂਗੇ। ਬਟ ਸੈਕਿੰਡ ਪੁਆਇੰਟ, ਇਟ ਇਜ਼ ਆਲਸੋ ਨੋਨ ਐਜ਼ ਗੁੱਡਨੈਸ ਆਫ ਅ ਫਿਟ ਐਕਮੂਲੇਸ਼ਨ ਟੈਸਟ। ਕੰਟੀਜੈਂਸੀ ਟੇਬਲ ਵੀ ਕਿਹਾ ਜਾਂਦਾ ਇਹਨੂੰ, ਕੁਆਂਟੀਟੇਟਿਵ ਵੇਰੀਏਬਲ ਵੀ ਕਿਹਾ ਜਾਂਦਾ ਕਾਈ-ਸਕੁਏਅਰ ਟੈਸਟ ਨੂੰ, ਅਤੇ ਕੋਫੀਸ਼ੀਐਂਟ ਆਫ ਐਸੋਸੀਏਸ਼ਨ ਵੀ ਕਿਹਾ ਜਾਂਦਾ। ਇਹ ਲਾਸਟ ਲੈਕਚਰ ਦੇ ਪੇਪਰ ਵਿੱਚ ਆਇਆ ਸੀਗਾ ਕਿ ਕਾਈ-ਸਕੁਏਅਰ ਦਾ ਦੂਸਰਾ ਨਾਮ ਕੀ ਹੈ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ। ਕਲੀਅਰ? ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਲੱਗ ਗਈ ਹੋਊਗੀ। ਸਿਰਫ ਇਸ ਵੀਡੀਓ ਦੇ ਅੰਦਰ ਜਿਹੜਾ ਆਪਣਾ ਮੇਨ ਪਰਪਸ ਆ ਉਹ ਇਹ ਆ ਕਿ ਜਿਹੜੇ ਇੰਪੋਰਟੈਂਟ ਕਾਰਲ ਪੀਟਰਸਨ ਟੈਸਟ ਕਿਹਨੇ ਦਿੱਤਾ ਸੀ, ਕਿਹੜੇ ਪਰਸਨ ਨੇ ਕਿਹੜਾ ਟੈਸਟ ਦਿੱਤਾ ਸੀ ਔਰ ਕਿਹੜੇ ਟੈਸਟ ਦੇ ਕਿਹੜੇ ਅਨਦਰ ਨੇਮਸ ਨੇ, ਆਪਾਂ ਨੂੰ ਪਤਾ ਹੋਣਾ ਚਾਹੀਦਾ। ਜੇ ਆਪਾਂ ਇਕੱਠਾ ਕਰਕੇ ਲਿਖ ਲੈਂਦੇ ਹਾਂ ਫਿਰ ਆਪਾਂ ਨੂੰ ਈਜ਼ੀਲੀ ਰਿਵੀਜ਼ਨ ਕਰਨ ਦੇ ਲਈ ਸੌਖੇ ਹੋ ਜਾਂਦੇ ਨੇ। ਨੈਕਸਟ, ਹੂ ਫਾਊਂਡ ਦਾ ਸਟੈਂਡਰਡਾਈਜੇਸ਼ਨ। ਸਟੈਂਡਰਡਾਈਜੇਸ਼ਨ ਕਿਹਨੇ ਦਿੱਤਾ ਸੀਗਾ? ਇਹ ਆਈ ਹੋਪ ਸਭ ਨੂੰ ਆਉਂਦਾ ਹੋਊਗਾ। ਸਟੈਂਡਰਡਾਈਜੇਸ਼ਨ ਦਾ ਜਿਹੜਾ ਫਾਊਂਡਰ ਸੀਗਾ ਉਹ ਕੌਣ ਸੀ? ਕਾਰਲ ਪੀਟਰਸਨ। ਨੈਕਸਟ ਕੁਐਸਚਨ, ਹੂ ਗੇਵ ਦਾ ਲੌਰੈਂਸ ਕਰਵ ਜਾਂ ਲੌਰੈਂਸ ਕਰਵ ਕਿਹਨੇ ਡਿਵੈਲਪ ਕੀਤੀ ਸੀ? ਇਹ ਬੜਾ ਇੰਪੋਰਟੈਂਟ ਆ। ਆਪਾਂ ਬਹੁਤ ਸਾਰੀਆਂ ਕਰਵ ਪੜ੍ਹੀਆਂ, ਡਿਮਾਂਡ ਕਰਵ ਪੜ੍ਹਿਆ, ਇੰਡੀਫਰੈਂਸ ਕਰਵ ਪੜ੍ਹਿਆ।
बट लॉरेंस कर्व किने दिती आ और ये अंदर हुंदा की है आपां नूं नहीं पता। जी मैं डिमांड कर्व की गल करा तो उत्थे पता होगा, तुहाडे दिमाग च आ जाऊगा प्राइस एंड डिमांड की गल हुंदी है। इंडिफरेंस कर्व की गल करा तो उत्थे दो कमोडिटीज़ की गल हुंदी है। बट लॉरेंस कर्व ये भी लास्ट फ्यू पेपर्स दे विच आ चुका क्वेश्चन, रिपीटिड क्वेश्चन आ लॉरेंस कर्व की हुंदा। सो लॉरेंस कर्व किने दिता सी? मैक्सो लॉरेंस, हू इज़ अ अमेरिकन इकोनॉमिस्ट सीगा। मैक्सो लॉरेंस ने आपां नूं लॉरेंस कर्व का कॉन्सैप्ट दिता सीगा। और मोस्ट इंपॉर्टेंट थिंग, इट इज़ अ ग्राफिकल रिप्रजेंटेशन ऑफ इनकम इनइक्वैलिटी एंड वेल्थ इनइक्वैलिटी। ये क्वेश्चन आया सीगा कि इनकम इनइक्वैलिटी और वेल्थ इनइक्वैलिटी नूं केड़ी कर्व डिफाइन करदे। थल्ले 4 ऑप्शन सीगे, लॉरेंस कर्व, डिफरेंस कर्व और डिमांड कर्व, एक दो होर सीगे। सो आपां नूं पता होना चाहिए कि जिहड़ी लॉरेंस कर्व आ वो डिफाइन करदी आ इनकम इनइक्वैलिटी नूं। बेस्ट वे टू डिफाइन द इनकम इनइक्वैलिटी और वेल्थ इनइक्वैलिटी किहड़ी चीज़ बेस्ट ग्राफिकली रिप्रजेंट करदी है? लॉरेंस कर्व इन्हां दोनों नूं बेस्ट वे दे नाल डिफाइन करदी है। क्लीयर? आई होप तुहानूं ये चीज़ क्लीयर होगी। नेक्स्ट क्वेश्चन, हू इज़ द फादर ऑफ द कोरिलेशन? ऑफकोर्स आंसर तुहाडे सामने है, सर फ्रांसिस गल्टन इज़ द फाउंडर ऑफ अ स्टैटिस्टिक्स टेक्निक्स ऑफ द कोरिलेशन। इन्हें गैल्टन ने आपां नूं कोरिलेशन का कॉन्सैप्ट दिता सीगा। नैक्सट, हू इन्वेंटेड द रिग्रेशन? ऑफकोर्स अगेन सेम सर फ्रांसिस गल्टन ने ही आपां नूं रिग्रेशन का कॉन्सैप्ट भी दिता सीगा। नैक्सट इंपॉर्टेंट क्वेश्चन, हू इज़ गिवन द कॉन्सैप्ट ऑफ बायनॉर्मल डिस्ट्रीब्यूशन? अपने जिवें कि तुहानूं पता है 3 तरह के डिस्ट्रीब्यूशनस ने, नॉर्मल डिस्ट्रीब्यूशन, बायनॉर्मल डिस्ट्रीब्यूशन ते पॉइजन डिस्ट्रीब्यूशन। सो जी बायनॉर्मल डिस्ट्रीब्यूशन सी किन्हां ने दित्ती सीगी? द डिस्ट्रीब्यूशन वाज ड्राइव्ड बाय द जैकब बर्नौली। जैकब बर्नौली ने आपां नूं कॉन्सैप्ट दिता सीगा किहड़ा? बायनॉमियल डिस्ट्रीब्यूशन। क्लीयर? आई होप समझ लग गया होगा। नैक्सट, हू डिस्कवर द नॉर्मल डिस्ट्रीब्यूशन? ये भी बड़ा इंपॉर्टेंट है, ये बहुत सारे क्वेश्चन आते हैं। सो ये अंदर आप थोड़ा डिस्कस करांगे। हू डिस्कवर्ड द नॉर्मल डिस्ट्रीब्यूशन? नॉर्मल डिस्ट्रीब्यूशन वाज इंट्रोड्यूस बाय द फ्रेंच मैथमेटिशियंस अब्राहम दे मोरे इन 1733 के अंदर आपां नूं अब्राहम दे मोरे ने नॉर्मल डिस्ट्रीब्यूशन का जिहड़ा कॉन्सैप्ट है वो दिता सीगा। होर आपां इहदे अंदर पढ़ांगे। इट इज़ ऑल्सो नोन एज बेल शेप्ड कर्व। नॉर्मल डिस्ट्रीब्यूशन नूं बेल शेप्ड कर्व भी कहा जाता। और इसकी शेप आई होप सबनों पता होगा, सब ने पढ़िया है वा। बेल शेप इदां दी हुंदी है। सो ये बेल शेप आ, इहनूं नॉर्मल डिस्ट्रीब्यूशन कर्व कहंदे ने। सो इट इज़ ऑल्सो नोन एज बेल शेप्ड कर्व। हेयर द बेल शेप मीनस मीन मीडियन मोड आल आर इक्वल वैल्यू। इस पॉइंट के उपर मीन मीडियन मोड आल आर इक्वल पॉइंट। इत्थे आके जिहड़ा मीन आ, जिहड़ा मीडियन आ ते जिहड़ा मोड आ, वो सारिਆਂ ਦੀ वैल्यू इक्वल हो जाती है। नैक्सट ये अंदर जो आप पढ़ना वा इंपॉर्टेंट थिंग, इट इज़ ऑल्सो नोन एज गॉसियन लॉ ऑफ एरर। नॉर्मल डिस्ट्रीब्यूशन नूं गॉसियन लॉ ऑफ एरर भी कहा जाता। नैक्सट, द मैक्सिमम पॉइंट ऑफ द नॉर्मल कर्व विच अकर एट द मीन। जिथे मतलब इस पॉइंट के उपर ही अपने जिहड़ा वो मैक्सिमम पॉइंट हुंदा जिथे वो प्रॉपर बेल शेप दे विच हुंदी है। आई होप तुहानूं नॉर्मल डिस्ट्रीब्यूशन का थोड़ा जिहा कॉन्सैप्ट क्लीयर हो गया होगा। ये सारे टॉपिक्स नूं आपां डीपली पढ़ना, ये बहुत इंपॉर्टेंट ने।